ਅੱਜ ਅਸੀਂ ਕਿਸਾਨ ਦੀ ਗੱਲ ਕਰ ਰਹੇ ਹਾਂ, ਕਿਰਸਾਨੀ ਦੀ ਗੱਲ ਕਰ ਰਹੇ ਹਾਂ। ਸਾਡੇ ਨਾਲ ਐਗਰੀਕਲਚਰ ਮਿਨਿਸਟਰ ਕਾਕਾ ਰਣਦੀਪ ਸਿੰਘ ਨਾਭਾ ਵੀ ਇੱਥੇ ਮੌਜੂਦ ਨੇ, ਜਿਹੜੇ ਵਿਜ਼ਨ ਡਾਕੂਮੈਂਟ ਜਿਹੜੇ ਅੱਜ ਜਾਰੀ ਕਰਨਗੇ ਕਿ ਆਖਿਰ ਕਿਸਾਨਾਂ ਲਈ ਸਰਕਾਰ ਕੀ ਕਰਨ ਜਾ ਰਹੀ ਹੈ, ਐਗਰੀਕਲਚਰ ਡਿਪਾਰਟਮੈਂਟ ਕੀ ਕਰਨ ਜਾ ਰਿਹਾ ਹੈ। ਪਰ ਉਸ ਤੋਂ ਪਹਿਲਾਂ ਜ਼ਰੂਰੀ ਹੈ ਕਿ ਅਸੀਂ ਕਿਸਾਨਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਸ ਬਾਰੇ ਜਾਣ ਸਕੀਏ ਤੇ ਆਖਿਰ ਉਹਨਾਂ ਦੀਆਂ ਕੀ ਮੰਗਾਂ ਨੇ ਉਸ ਬਾਰੇ ਵੀ ਜਾਣ ਸਕੀਏ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ। ਸਾਰਿਆਂ ਨੂੰ ਅਸੀਂ ਮਿਲਦੇ ਰਹੇ ਹਾਂ ਅੰਦੋਲਨ ਦੇ ਦੌਰਾਨ। ਮਨਜੀਤ ਰਾਏ ਜੀ, ਸਭ ਤੋਂ ਪਹਿਲਾ ਸਵਾਲ ਤੁਹਾਡੇ ਤੋਂ, ਕੀ ਲੱਗਦਾ ਹਲੇ ਵੀ ਕੀ ਸਰਕਾਰ ਤੋਂ ਤੁਹਾਡੀਆਂ ਮੰਗਾਂ ਨੇ? ਹਾਲਾਂਕਿ ਬਹੁਤ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਇਸ ਅੰਦੋਲਨ ਦੇ ਦੌਰਾਨ ਜਾਨ ਚਲੀ ਗਈ, ਪਰ ਤੁਹਾਨੂੰ ਲੱਗਦਾ ਹੈ ਕਿ ਜਿਹੜੀਆਂ ਮੰਗਾਂ ਲਈ ਉਹਨਾਂ ਨੇ ਕੁਰਬਾਨੀ ਦਿੱਤੀ ਹੈ ਉਹ ਸਾਰੀਆਂ ਪੂਰੀਆਂ ਹੋ ਗਈਆਂ? ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਅੱਜ ਮੈਨੂੰ ਇਸ ਪੈਨਲ 'ਚ ਬਹਿਣ ਦਾ ਮੌਕਾ ਦਿੱਤਾ। ਮੈਂ ਸਮਝਦਾ ਕਿ ਮੰਗਾਂ ਤਾਂ ਬਹੁਤ ਨੇ ਜੀ, ਕੇਂਦਰ ਸਰਕਾਰ ਤੋਂ ਵੀ ਨੇ ਤੇ ਪੰਜਾਬ ਸਰਕਾਰ ਤੋਂ ਵੀ ਨੇ। ਕੇਂਦਰ ਸਰਕਾਰ ਤੋਂ ਸਾਡੀਆਂ ਮੰਗਾਂ ਜਿਹੜੀਆਂ ਆਲਰੇਡੀ ਅਸੀਂ ਉਹਨਾਂ ਨੂੰ ਬਹੁਤ ਵਾਰ ਪਹਿਲਾਂ ਤੋਂ ਲੜਦੇ ਆ ਰਹੇ ਹਾਂ। ਪਿਛਲੀਆਂ ਮੰਗਾਂ ਸਾਰੀਆਂ ਹਲੇ ਪਈਆਂ ਨੇ। ਇਹ ਤਾਂ ਇੱਕ ਨਵਾਂ ਕਹਿ ਦਿਓ ਕਿ ਸਾਡੇ ਗਲ ਲਿਆ ਕੇ ਗਲਾਵਾਂ ਇੱਕ ਪਾ ਦਿੱਤਾ ਗਿਆ, ਉਹ ਲਾਇਆ ਹੁਣ ਤਿੰਨੋਂ ਜਿਹੜੇ ਖੇਤੀ ਕਾਨੂੰਨ ਹੋਣਿਆਂ ਨੇ, ਕਾਲੇ ਕਾਨੂੰਨ ਲਿਆਂਦੇ ਸਨ। ਸਾਡੀਆਂ ਪਹਿਲੀਆਂ ਮੰਗਾਂ ਤੋਂ ਹੀ ਬਰਕਰਾਰ ਨੇ। ਉਹ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣੀ ਹੈ, ਉਹਦੇ ਵਿੱਚ ਕਰਜ਼ਾ ਮੁਕਤੀ ਰਾਹਤ ਬਿੱਲ ਦੀ ਗੱਲ ਹੋ ਰਹੀ ਹੈ। ਬਹੁਤ ਸਾਰੀਆਂ ਨੇ, ਖੇਤੀ ਵਿਭਿੰਨਤਾ ਵੱਲ ਜਾਣਾ ਹੈ ਕਿਉਂਕਿ ਪੰਜਾਬ ਦਾ ਪਾਣੀ ਬਹੁਤ ਥੱਲੇ ਜਾ ਰਿਹਾ ਹੈ। ਬਹੁਤ ਸਾਰੀਆਂ ਡਿਮਾਂਡਸ ਨੇ ਜਿਹੜੀਆਂ ਕਿਸਾਨੀ 'ਤੇ ਹੈਗੀਆਂ। ਸੋ ਇਸੇ ਤਰ੍ਹਾਂ ਪੰਜਾਬ ਸਰਕਾਰ ਤੋਂ ਹੈ, ਜਿਨ੍ਹਾਂ ਨੇ ਜਦੋਂ ਸਰਕਾਰ ਸੱਤਾ 'ਚ ਆਈ ਇਹਨਾਂ ਨੇ ਗੱਲ ਕੀਤੀ ਕਿ ਅਸੀਂ ਕਰਜ਼ਾ ਤੁਹਾਡਾ ਪੂਰਨ ਮਾਫ ਕਰਾਂਗੇ। ਉਹ ਕਰਜ਼ਾ ਹੁਣ ਤੱਕ ਪੂਰਨ ਮਾਫ ਨਹੀਂ ਹੋਇਆ। ਇਹਨਾਂ ਨੇ ਗੱਲ ਕੀਤੀ ਕਿ ਰੁਜ਼ਗਾਰ ਦੇਵਾਂਗੇ, ਰੁਜ਼ਗਾਰ ਨਹੀਂ ਦਿੱਤਾ ਗਿਆ। ਰੁਜ਼ਗਾਰ ਭੱਤਾ ਦੇਵਾਂਗੇ, ਉਹ ਨਹੀਂ ਦਿੱਤਾ ਗਿਆ। ਸੋ ਇਹ ਸਾਰੀਆਂ ਡਿਮਾਂਡਸ ਨੇ ਸਾਡੀਆਂ, ਬਹੁਤ ਸਾਰੀਆਂ ਮੰਗਾਂ ਨੇ। ਉਹਨਾਂ ਮੰਗਾਂ 'ਤੇ ਲੜਾਈ ਸਾਡੀ ਰੈਗੂਲਰ ਚੱਲਦੀ ਰਹੇਗੀ। ਅਸੀਂ ਜਦੋਂ ਉੱਥੋਂ ਧਰਨਾ ਸਮਾਪਤ ਕੀਤਾ ਹੈ ਤਾਂ ਅਸੀਂ ਉਹਨਾਂ ਨੂੰ ਕਿਹਾ ਸੀ ਧਰਨਾ ਸਮਾਪਤ ਕਰ ਰਹੇ ਹਾਂ, ਸੰਘਰਸ਼ ਨਹੀਂ ਸਮਾਪਤ ਕਰ ਰਹੇ। ਸੰਘਰਸ਼ ਸਾਡਾ ਬਰਕਰਾਰ ਹੈ। ਸੰਘਰਸ਼ ਸਾਡਾ ਮੁਲਤਵੀ ਜਿਹੜਾ ਅਸੀਂ ਸ਼ਬਦ ਵਰਤਿਆ ਕਿ ਅਸੀਂ ਇਸੇ ਤਰ੍ਹਾਂ ਸਾਡਾ ਸੰਘਰਸ਼ ਚੱਲਦਾ ਰਹੇਗਾ। ਸੋ ਇਹ ਮੰਗਾਂ ਸਾਡੀਆਂ ਜਿਹੜੀਆਂ ਜਿੰਨਾ ਚਿਰ ਨਹੀਂ ਮੰਨਦੇ ਉਹ ਸੰਘਰਸ਼ ਇਵੇਂ ਚੱਲੇਗਾ। ਠੀਕ। ਰਜਿੰਦਰ ਜੀ, ਤੁਸੀਂ ਕਿਰਤੀ ਕਿਸਾਨ ਯੂਨੀਅਨ ਤੋਂ ਆਉਂਦੇ ਹੋ ਔਰ ਅਕਸਰ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਵੀ ਤੁਹਾਨੂੰ ਦੇਖਿਆ ਕਿ ਸੰਘਰਸ਼ ਦੇ ਵਿੱਚੋਂ ਨਿਕਲੇ ਤੇ ਹਲੇ ਵੀ ਸੰਘਰਸ਼ ਦੇ ਵਿੱਚੋਂ। ਅਤੇ ਸਾਡੇ ਜਿਹੜੇ ਖੇਮੇ ਦੇ ਲੋਕ ਆ ਉਹ ਕਹਿੰਦੇ ਕਿ ਲੜਦੇ ਰਹਿਣ ਦਾ ਨਾਮ ਜ਼ਿੰਦਗੀ ਆ। ਅਤੇ ਤੁਹਾਡੇ ਵਿੱਚੋਂ ਵੀ ਇਸ ਸਕੀਮ ਦੇ ਵਿੱਚ ਵੀ ਦੋ ਪਾਰਟ ਹੋ ਗਏ। ਇੱਕ ਕਹਿੰਦਾ ਕਿ ਅਸੀਂ ਉਹ ਸਿਸਟਮ ਦੇ ਅੰਦਰ ਜਾਣਾ, ਇੱਕ ਕਹਿੰਦਾ ਸਿਸਟਮ ਦੇ ਬਾਹਰੋਂ ਰਹਿ ਕੇ ਲੜਨਾ। ਠੀਕ ਹੈ, ਦੋਵਾਂ ਦਾ ਟੀਚਾ ਇੱਕ ਹੋ ਸਕਦਾ ਹੈ, ਇਰਾਦੇ ਵੱਖੋ ਵੱਖਰੇ ਹੋ ਸਕਦੇ ਆ ਜਾਂ ਉਹਨਾਂ ਦੀ ਗੱਲਬਾਤ ਵੱਖਰੀ ਹੋ ਸਕਦੀ ਹੈ। ਐਸਕੇਐਮ ਦਾ ਹਾਸਲ ਕੀ ਮੰਨਦੇ ਹੋ ਅਤੇ ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਦਾ ਪੰਧ ਹੋਰ ਕਿੰਨਾ ਲੰਮੇਰਾ? ਸਭ ਤੋਂ ਪਹਿਲਾਂ ਤਾਂ ਸ਼ੁਕਰੀਆ ਨਵਜੋਤ ਜੀ ਤੁਹਾਡਾ ਅਤੇ ਤੁਹਾਡੇ ਚੈਨਲ ਦਾ। ਇਸ ਮਾਮਲੇ 'ਤੇ ਕਾਫੀ ਚਰਚਾ ਹੋ ਗਈ ਪਿਛਲੀ ਪੈਨਲ ਡਿਸਕਸ਼ਨ ਦੇ ਵਿੱਚ ਪੋਲੀਟਿਕਸ ਬਾਰੇ, ਅਤੇ ਉਸ ਮਾਮਲੇ 'ਤੇ ਤਾਂ ਮੈਂ ਨਹੀਂ ਜਾਵਾਂਗਾ ਕਿਉਂਕਿ ਸਾਡੀ ਜਥੇਬੰਦੀ ਨਾ ਚੋਣਾਂ ਲੜੇਗੀ ਅਤੇ ਨਾ ਕਿਸੇ ਦੀ ਹਮਾਇਤ ਜਿਹੜੀ ਉਹ ਕਰੇਗੀ। ਜਿੱਥੋਂ ਤੱਕ ਪੰਜਾਬ ਦੀ ਜਾਂ ਇਸ ਦੇਸ਼ ਦੀਆਂ, ਖਾਸ ਕਰਕੇ ਜਦੋਂ ਪੰਜਾਬ 'ਚ ਬੈਠੇ ਹਾਂ, ਇਹਦੀਆਂ ਕਿਸਾਨੀ ਦੀਆਂ ਮੁਸ਼ਕਲਾਂ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਸਰਕਾਰ ਦੇ ਜਿਹੜੇ ਅਧਿਕਾਰੀ ਨੇ ਜਾਂ ਪੰਜਾਬ ਸਰਕਾਰ ਦੇ ਜਿਹੜੇ ਸਿਆਸੀ ਲੀਡਰ ਨੇ ਉਹ ਖੁਦ ਮੁਸ਼ਕਲਾਂ ਗਿਣਾ ਕੇ ਇੱਥੋਂ ਤੁਰਦੇ ਪਏ ਨੇ। ਉਹ ਖੁਦ ਜਿਹੜੇ ਪਹਿਲੇ ਸਾਡੇ ਇੱਥੇ, ਮੈਂ ਤਾਂ ਹੀ ਕਹਿਣਾ ਸੰਕਟ ਦਾ ਜਿਹੜਾ ਪੰਧ ਆ ਉਹ ਮਤਲਬ ਕਿੰਨਾ ਲੰਬਾ ਹੱਲ ਦਾ? ਜਦੋਂ ਪਿਛਲੀ ਵਾਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਸੀ, ਇਹ ਗੱਲ ਨੂੰ ਕਾਫੀ ਸਾਲ ਹੋ ਗਏ, ਉਹਨਾਂ ਨੇ ਐਗਰੀਕਲਚਰ ਟੈਕਨੋਕ੍ਰੇਟਸ ਦੀ ਇੱਕ ਕਮੇਟੀ ਬਣਾਈ ਸੀ ਵੀ ਜਿਹੜਾ ਪੰਜਾਬ ਦੇ ਵਿੱਚ ਖੇਤੀ ਸੰਕਟ ਜਿਹੜਾ ਉਹ ਹੈਗਾ ਉਹਦਾ ਹੱਲ ਕੀ ਹੈਗਾ ਜਾਂ ਕਿਵੇਂ ਅਸੀਂ ਖੇਤੀਬਾੜੀ ਨੂੰ ਜਿਹੜਾ ਹੈਗਾ ਬਚਾ ਸਕਦੇ ਹੈਗੇ ਆ। ਤਾਂ ਉਸ ਰਿਪੋਰਟਸ ਦੇ ਵਿੱਚ ਕਈ ਜਿਹੜੀਆਂ ਚੰਗੀਆਂ ਰਿਕਮੈਂਡੇਸ਼ਨ ਸੀਗੀਆਂ। ਉਸ ਤੋਂ ਬਾਅਦ ਕੈਪਟਨ ਸਾਹਿਬ ਦੁਬਾਰਾ ਆ ਗਏ, ਕਾਂਗਰਸ ਸਰਕਾਰ ਲੰਮਾ ਸਮਾਂ ਰਹਿ ਗਈ, ਪਰ ਉਸ ਪਾਸੇ ਬਿਲਕੁਲ ਜਿਹੜਾ ਉਹ ਨਹੀਂ ਵਧਿਆ ਗਿਆ। 1960-61 ਦੇ ਵਿੱਚ ਪੰਜਾਬ ਦੇ ਵਿੱਚ 22,65,000 ਏਕੜ 'ਤੇ ਜਿਹੜੀ ਦਾਲਾਂ ਦੀ ਕਾਸ਼ਤ ਹੁੰਦੀ ਸੀ ਔਰ ਜਿਹੜੀ ਦਾਲਾਂ ਦੀ ਪੈਦਾਵਾਰ ਸੀ ਉਹ 7,26,000 ਟਨ ਸੀਗੀ। 22,65,000 ਏਕੜ ਤੋਂ ਘਟਦੀ 2019-20 ਦੇ ਵਿੱਚ ਉਹ ਸਿਰਫ 50,000 ਏਕੜ 'ਤੇ ਰਹਿ ਗਈ। ਯਾਨੀ ਕਿ 22,15,000 ਕਿੱਲਾ ਜਿਹੜੀ ਜ਼ਮੀਨ ਸੀ ਦਾਲਾਂ ਹੇਠੋਂ ਨਿਕਲ ਗਈ। ਅਤੇ ਅੱਜ ਪੰਜਾਬ ਇੱਕ ਸਾਲ ਦੇ ਵਿੱਚ 6 ਲੱਖ ਟਨ ਜਿਹੜੀ ਦਾਲ ਆ ਉਹ ਖਾਂਦਾ ਅਤੇ ਸਿਰਫ 35,000 ਟਨ ਇੱਥੇ ਪੈਦਾ ਹੁੰਦੀ ਆ। 94% ਦੀ ਅਸੀਂ ਦਾਲ ਜਿਹੜੀ ਆ ਬਾਹਰੋਂ ਲੈ ਰਹੇ ਹਾਂ। ਚੌਲ ਜਿਹੜੀ ਫਸਲ ਅਸੀਂ ਖਾਣੀ ਨਹੀਂ ਹੈ, ਜਿੰਦੇ ਪਿੱਛੇ ਅਸੀਂ ਹਵਾ ਪਾਣੀ ਮਿੱਟੀ ਸਭ ਪਲੂਟ ਕਰ ਲਿਆ, ਜਿਹੜੀ ਫਸਲ ਅਸੀਂ ਖਾਣੀ ਨਹੀਂ ਉਹ ਪੈਦਾ ਕਰ ਰਹੇ, ਜਿਹੜੀ ਖਾਣੀ ਆ ਉਹ ਬਾਹਰੋਂ ਮੰਗਵਾ ਰਹੇ ਹੈਗੇ ਆ।
ਤੋ ਐਗਰੀਕਲਚਰ ਜਦੋਂ ਅਸੀਂ ਕਹਿੰਦੇ ਕਿ ਸਟੇਟ ਸਬਜੈਕਟ ਹੈਗਾ, ਤੋ ਜੇ ਕੇਰਲਾ ਸਰਕਾਰ 16 ਫਸਲਾਂ ਤੇ MSP ਦੇ ਸਕਦੀ ਆ, ਟਮਾਟਰ ਦਾ ਵੀ MSP ਰੇਟ ਉਹ 8 ਰੁਪਏ ਦੇ ਸਕਦੀ ਹੈਗੀ ਆ, ਤੇ ਪੰਜਾਬ ਦੇ ਵਿੱਚ ਜਿਹੜੀ ਦਾਲ ਦੀ ਖਪਤ ਹੁੰਦੀ ਆ, ਪੰਜਾਬ ਦਾ ਪੈਸਾ ਤਾਂ ਬਾਹਰ ਜਾ ਹੀ ਰਿਹਾ, 7000 ਰੁਪਏ ਕੁਆਂਟਲ ਜੇ ਦਾਲ ਦਾ ਰੇਟ ਹੈਗਾ, MSP ਤੈਅ ਹੋਇਆ ਵਿਆ। PAU ਝੋਨੇ ਦੀਆਂ ਫਸਲਾਂ ਦਾ ਜਿਹੜਾ ਝਾੜ ਸੀ ਉਹ 80 ਤੋਂ 90 ਮਣ ਤੱਕ ਲੈ ਗਈ, ਦਾਲ ਜਿਹੜੀ ਉਹੀ 12-15 ਮਣ ਤੇ ਖੜੀ ਆ। ਅੱਜ ਜੇ ਦਾਲ 50 ਮਣ ਵਾਲੀ ਜਿਹੜੀ ਆ ਕਿਸਮ ਕੋ ਆ ਜੀ, ਖੇਤੀਬਾੜੀ ਯੂਨੀਵਰਸਿਟੀ ਉਸ ਪਾਸੇ ਖੋਜ ਕਰੇ 50 ਮਣ ਵਾਲੀ ਕਿਸਮ ਆ ਜੇ ਤਾਂ 1,40,000 ਦੀ ਏਕੜ ਚੋਂ ਦਾਲ ਹੁੰਦੀ ਆ। ਤੇ ਫਿਰ ਜਿਹੜੇ ਆ ਖਸਖਸ ਤੇ ਅਫੀਮ ਦੀ ਖੇਤੀ ਕਰਨ ਵਾਲੀਆਂ ਬਿਥਵੀਆਂ ਮਾਰਦੇ ਨੇ, ਇਹਨਾਂ ਦੀ ਬਿਥਵੀ ਜਿਹੜੀ ਹੈਗੀ ਆ ਉਹ ਬੰਦ ਹੋ ਜੂਗੀ। ਔਰ ਇਹਦੇ ਨਾਲ ਹੀ ਜੇ ਅਸੀਂ ਮੰਨ ਲਈਏ ਕਿ ਪਹਿਲਾਂ ਜਿੰਨਾ ਰਕਬਾ ਦਾਲਾਂ ਹੇਠ ਆ ਜੇ, 20 ਲੱਖ ਏਕੜ ਦਾਲ ਹੇਠ ਹੋਰ ਆ ਜੇ, ਤੇ 5 ਏਕੜ ਮਗਰ ਵੀ ਇੱਕ ਟਿਊਬਵੈੱਲ ਮੰਨੀਏ ਤਾਂ 4 ਲੱਖ ਟਿਊਬਵੈੱਲ ਜਿਹੜਾ ਧਰਤੀ ਹੇਠੋਂ ਪਾਣੀ ਕੱਢਣਾ ਜਾਂ ਤਾਂ ਬੰਦ ਕਰ ਦੇ ਜਾਂ ਨਾ ਮਾਤਰ ਕੱਢੇਗਾ। ਤਾਂ ਪੰਜਾਬ ਦਾ ਜਿਹੜਾ ਅਸੀਂ ਵਾਟਰ ਟੇਬਲ ਬਹੁਤ ਹੇਠਾਂ ਚਲਾ ਗਿਆ, 86% ਪਾਣੀ ਜਿਹੜਾ ਕੱਢ ਲਿਆ ਹੈਗਾ, ਉਹਦੇ ਤੋਂ ਜਿਹੜਾ ਉਹ ਬਚਿਆ ਜਾ ਸਕਦਾ। ਪਰ ਇਹ ਸਰਕਾਰ ਨੇ ਕੀਤਾ ਕੀ, ਮੈਂ ਆਪਣੇ ਜ਼ਿਲ੍ਹੇ ਫਰੀਦਕੋਟ ਦੀ ਐਗਜ਼ਾਮਪਲ ਦਿੰਦਾ। ਮਾਲਵੇ ਦੀਆਂ ਜਿੰਨੀਆਂ ਸ਼ੂਗਰ ਮਿੱਲਾਂ ਸੀ, ਜੀਰੇ ਦੀ, ਜਗਰਾਓਂ ਦੀ, ਫਾਜ਼ਿਲਕਾ ਦੀ, ਫਰੀਦਕੋਟ ਦੀਆਂ ਸਾਰੀਆਂ ਸ਼ੂਗਰ ਮਿੱਲਾਂ ਬੰਦ ਕਰਤੀਆਂ। ਅਕਾਲੀ ਭਾਜਪਾ ਸਰਕਾਰ ਨੇ ਫਰੀਦਕੋਟ ਦੀ ਸ਼ੂਗਰ ਮਿੱਲ ਬੰਦ ਕੀਤੀ। ਕੈਪਟਨ ਸਾਹਿਬ ਫਰੀਦਕੋਟ 'ਚ ਅਨਾਉਂਸ ਕਰਕੇ ਵੀ ਸ਼ੂਗਰ ਮਿੱਲ ਚਲਾਵਾਂਗੇ, ਤੇ ਹੋਇਆ ਕੀ ਕਿ ਉਹ ਸ਼ੂਗਰ ਮਿੱਲ ਦੀ ਮਸ਼ੀਨਰੀ ਵੀ ਪੱਟੀ ਗਈ। ਹੁਣ ਉੱਥੇ ਜਿਹੜੇ ਫਰੀਦਕੋਟ ਦੇ ਵਿਧਾਇਕ ਆ ਉੱਥੇ ਘੋੜਿਆਂ ਦੀਆਂ ਦੌੜਾਂ ਕਰਾਉਂਦੇ ਆ, ਜੇ ਘੋੜਿਆਂ ਦੀ ਪ੍ਰਦਰਸ਼ਨੀ ਲੱਗਦੀ। ਮੈਨੂੰ ਇਸ ਗੱਲ ਨੂੰ ਪੂਰੀ ਕਰ ਲੈਣ ਦਿਓ। ਫਰੀਦਕੋਟ ਦੀ ਸ਼ੂਗਰ ਮਿੱਲ ਆਪਣੀ ਬਿਜਲੀ ਆਪ ਪੈਦਾ ਕਰਦੀ ਸੀ, ਆਪਣੀ ਲੋੜ ਤੋਂ ਵੱਧ ਬਿਜਲੀ ਉਹ ਵੇਚਦੀ ਸੀ। ਉਹ ਸ਼ੂਗਰ ਮਿਲ ਜਦੋਂ ਇੱਕ ਪਾਸੇ ਤਾਂ ਫਸਲੀ ਵਿਭਿੰਨਤਾ ਦੀ ਗੱਲ ਕਰਦੇ ਹੈਗੇ ਆ, ਤਾਂ ਇਸ ਕਰਕੇ ਜਿਹੜਾ ਸਰਕਾਰ ਦਾ ਜਿਹੜਾ ਇਹ ਦੰਭ ਕਰਦੀ ਆ, ਕਹਿੰਦੀ ਕੋਸ਼ਾ ਕਰਦੀ ਕੋਸ਼ਾ ਹੈਗੀ ਆ, ਇਹਨੂੰ ਕਟਹਿਰੇ 'ਚ ਖੜਾ ਕਰਨ ਦੀ ਜ਼ਰੂਰਤ ਆ। ਇੱਥੇ ਆ ਕੇ ਵੀ ਜੇ ਡਿੰਪਾ ਜੀ ਇਹ ਕਹਿੰਦੇ ਕਿ ਅਫਸਰਸ਼ਾਹੀ ਨੂੰ ਪੁੱਛਣਾ ਚਾਹੀਦਾ, ਫਿਰ ਤੁਹਾਡੀ ਸਿਆਸੀ ਲੀਡਰਸ਼ਿਪ ਕਾਹਦੀ ਆ? ਤੁਸੀਂ ਕਾਹਦੇ ਵਾਸਤੇ ਗੱਦੀਆਂ ਤੇ ਬੈਠੇ ਹੋ ਜੇ ਤੁਸੀਂ ਅਫਸਰਸ਼ਾਹੀ ਦੀ ਨਕੇਲ ਕੱਸ ਹੀ ਨਹੀਂ ਸਕਦੇਗੇ? ਅਫਸਰਸ਼ਾਹੀ ਤੋਂ ਕੰਮ ਜਿਹੜਾ ਤੁਸੀਂ ਉਹ ਕਰਵਾ ਹੀ ਨਹੀਂ ਸਕਦੇਗੇ। ਇਸ ਕਰਕੇ ਪੰਜਾਬ ਦੇ ਜਿਹੜੀ ਫਸਲੀ ਵਿਭਿੰਨਤਾ ਵਾਲੀ ਗੱਲ ਆ, ਹਰ ਗੱਲ ਕੇਂਦਰ ਤੇ ਸਿੱਟ ਦੇਣੀ, ਜੋ ਸੂਬਿਆਂ ਦੀਆਂ ਸਰਕਾਰਾਂ ਦਾ ਕੰਮ ਸੀਗਾ, ਇਹਨਾਂ ਦੀ ਡਿਊਟੀ ਸੀ, ਉਹ ਡਿਊਟੀ ਤੋਂ ਜਿਹੜੀ ਸਰਕਾਰ ਹੈਗੀ ਆ ਉਹ ਭੱਜੀ ਹੈਗੀ ਆ। ਬਿਲਕੁਲ ਕ੍ਰਿਟਿਸਿਜ਼ਮ ਵੀ ਜਿਹੜੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ, ਤੇ ਸਾਡੇ ਨਾਲ ਐਗਰੀਕਲਚਰ ਮਿਨਿਸਟਰ ਇੱਥੇ ਮੌਜੂਦ ਵੀ ਨੇ। ਆਈ ਹੋਪ ਉਹ ਸਾਰਾ ਕੁਝ ਸੁਣ ਰਹੇ ਨੇ ਤੇ ਚੰਗੀ ਤਰ੍ਹਾਂ ਸਮਝ ਰਹੇ ਨੇ, ਤੇ ਵਿਜ਼ਨ ਡਾਕੂਮੈਂਟ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਇੰਕਲੂਡ ਕੀਤੀਆਂ ਹੋਣਗੀਆਂ। ਇਸ ਦੇ ਨਾਲ ਹੀ ਇਹ ਵਧੀਆ ਗੱਲ ਹੈ ਕਿ ਸਾਡਾ ਯੂਥ ਜਿਹੜਾ ਹੈ ਉਹ ਪੂਰੀ ਤਰ੍ਹਾਂ ਅਵੇਅਰ ਹੈ ਕਿ ਕਿਸ ਚੀਜ਼ ਦੀ ਜ਼ਰੂਰਤ ਹੈ। ਕੰਵਲ ਜੀ, ਤੁਹਾਨੂੰ ਲੱਗਦਾ ਹੈ, ਰੁਲਦੂ ਸਿੰਘ ਮਾਨਸਾ ਜੀ ਨਹੀਂ ਆ ਪਾਏ, ਉਹਨਾਂ ਦੇ ਵੱਲੋਂ ਕੰਵਲ ਜੀ ਆਏ ਨੇ, ਤੁਹਾਨੂੰ ਲੱਗਦਾ ਹੈ ਕਿ ਪੋਲੀਟਿਕਸ 'ਚ ਜਾ ਕੇ ਜਾਂ ਆਪਣਾ ਮੋਰਚਾ ਬਣਾ ਕੇ ਇਹ ਜਿਹੜੇ ਮੁੱਦੇ ਰਜਿੰਦਰ ਜੀ ਚੁੱਕ ਰਹੇ ਨੇ, ਇਹ ਤੁਸੀਂ ਚੁੱਕ ਪਾਓਗੇ? ਮੈਨੂੰ ਫੇਰ ਉਹੀ ਗੱਲ ਜ਼ਿਆਦਾ ਠੀਕ ਲੱਗਦੀ ਹੈ ਜਿੱਥੋਂ ਰਜਿੰਦਰ ਨੇ ਠੀਕ ਸ਼ੁਰੂ ਕੀਤਾ ਕਿ ਆਲਰੇਡੀ ਪੋਲੀਟਿਕਸ ਜਾਣਾ ਕਿ ਨਹੀਂ ਜਾਣਾ, ਮੋਰਚੇ ਦੇ ਪ੍ਰਮੁੱਖ ਆਗੂ ਇੱਥੇ ਬੈਠ ਕੇ ਪੈਨਲ ਦੇ ਉੱਤੇ ਬਹੁਤ ਡਿਟੇਲ ਦੇ ਵਿੱਚ ਤੁਹਾਡੇ ਨਾਲ ਕਰਕੇ ਗਏ ਨੇ। ਮੈਨੂੰ ਲੱਗਦਾ ਕਿ ਜੇ ਮੰਚ ਸਾਨੂੰ ਮਿਲਿਆ ਤੇ ਉਹਦੇ ਰਾਹੀਂ ਅਸੀਂ ਖੇਤੀ ਦੀਆਂ ਸਹੀ ਸਮੱਸਿਆਵਾਂ ਕੀ ਨੇ ਤੇ ਉਹਦੇ ਬਾਰੇ ਅਸੀਂ ਕੀ ਗੱਲ ਕਰਨੀ ਚਾਹੁੰਦੇ ਆ, ਮੈਂ ਇਸ ਪੈਨਲ ਨੂੰ ਉਹਦੇ ਉੱਤੇ ਹੀ ਆਪਣੇ ਆਪ ਨੂੰ ਕੇਂਦਰਿਤ ਰੱਖਣਾ ਚਾਹੁੰਦਾ। ਮੈਨੂੰ ਇਹ ਲੱਗ ਰਿਹਾ ਹੈ ਕਿ ਇੱਕ ਵੱਡਾ ਸਵਾਲ ਜਿਹੜਾ ਪਿਛਲੇ ਸਮੇਂ 'ਚ ਅੰਦੋਲਨ ਨੇ ਖੜਾ ਕੀਤਾ, ਡਿੰਪਾ ਜੀ ਕਹਿ ਕੇ ਗਏ ਹੁਣੇ, ਉਹ ਵੀ ਗੱਲ ਠੀਕ ਲੱਗੀ ਮੈਨੂੰ ਥੋੜੀ ਜੀ ਕਿ ਇੱਕ ਸਰਕਾਰ ਪਾਲਿਸੀ ਬਣਾਉਂਦੀ ਹੈ, ਦੂਜੀ ਉਸ ਨੂੰ ਬ੍ਰੇਕ ਕਰਕੇ ਕੋਈ ਹੋਰ ਬਣਾ ਦਿੰਦੀ ਹੈ, ਵੀ ਐਸਾ ਨਹੀਂ ਹੋਣਾ ਚਾਹੀਦਾ, ਕੰਟੀਨਿਊਟੀ ਰਹਿਣੀ ਚਾਹੀਦੀ ਹੈ। ਲੇਕਿਨ ਮੈਂ ਇੱਥੇ ਧਿਆਨ ਤੁਹਾਡਾ ਇੱਕ ਬਹੁਤ ਵੱਡੀ ਕੰਟੀਨਿਊਟੀ ਵੱਲ ਦਿਵਾਉਣਾ ਚਾਹੁੰਦਾ, ਜਿਹੜੀ ਲਗਾਤਾਰ 1991 ਤੋਂ ਬਾਅਦ ਹੁਣ ਤੱਕ ਲਗਾਤਾਰ ਚੱਲੀ ਆ ਰਹੀ ਹੈ। ਇੱਕ ਐਸੀ ਕੰਟੀਨਿਊਟੀ ਜਿਹਦੇ ਵਿੱਚ ਸਾਡਾ ਇੱਕ ਇੱਕ ਕਰਕੇ ਸਾਡਾ ਹਰ ਖੇਤਰ ਜਿਹੜਾ ਹੈਗਾ ਉਹ ਪੂਰੀ ਦੁਨੀਆ ਦੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਗਿਆ। ਇਹਦੀ ਲਗਾਤਾਰ ਕੰਟੀਨਿਊਟੀ ਹੈਗੀ ਹੈ 1991 ਤੋਂ ਲੈ ਕੇ ਅੱਜ ਤੱਕ। ਔਰ ਉਸੇ ਕੰਟੀਨਿਊਟੀ ਦੇ ਵਿੱਚ ਇਹ 3 ਖੇਤੀ ਕਾਨੂੰਨ ਆਏ ਸੀ। ਅੱਜ ਖੇਤੀ ਕਾਨੂੰਨ ਵਾਪਸ ਲੈ ਲਿੱਤੇ ਗਏ, ਲੇਕਿਨ ਮੈਂ ਸਮਝਦਾ ਇੱਥੇ ਅੱਜ ਪੋਲੀਟੀਕਲ ਲੀਡਰਸ਼ਿਪ ਵੀ ਹਾਜ਼ਰ ਹੈ। ਇਹ ਕੰਟੀਨਿਊਟੀ ਕਦੋਂ ਟੁੱਟੇਗੀ? ਕਦੋਂ ਸਾਡੀ ਐਸੀ ਇੱਕ ਪਾਲਿਸੀ ਜਿਹੜੀ ਆਏਗੀ, ਐਸੀ ਕੋਈ ਪੋਲੀਟਿਕਸ ਸਾਡੇ ਸਾਹਮਣੇ ਆਏਗੀ ਜਿਹੜੀ ਇਹ ਅਨਾਉਂਸ ਕਰੇਗੀ ਕਿ ਸਾਡਾ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਦੇ ਨਾਲ ਉਹ ਰਿਸ਼ਤਾ ਨਹੀਂ ਹੋ ਸਕਦਾ ਜਿਹੜਾ ਪਹਿਲਾਂ ਦੀਆਂ ਸਰਕਾਰਾਂ ਦਾ ਰਿਹਾ, ਅਸੀਂ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਚੋਂ ਬਾਹਰ ਆਵਾਂਗੇ। ਉਹ ਕਿਹੜੀ ਪੋਲੀਟਿਕਸ ਹੋਏਗੀ? ਇਹ ਸਾਡਾ ਕੁਐਸਚਨ ਅੱਜ ਪ੍ਰਮੁੱਖ ਬਣਿਆ ਪਿਆ। ਉਹ ਕਿਹੜੀ ਪੋਲੀਟਿਕਸ ਹੋਏਗੀ ਜਿਹੜੀ ਇਹ ਅਨਾਉਂਸ ਕਰੇਗੀ ਕਿ ਸਾਡਾ ਵਿਸ਼ਵ ਦੇ ਕਾਰਪੋਰੇਟ ਪੂੰਜੀ ਦਾ ਦਖਲਅੰਦਾਜ਼ੀ ਦੇ ਉੱਤੇ ਰੋਕ ਲਾਉਣ ਦਾ ਏਜੰਡਾ ਹੈ? ਜਦੋਂ ਤੱਕ ਇਹ ਏਜੰਡੇ ਪੋਪੂਲਰਲੀ ਸਾਹਮਣੇ ਨਹੀਂ ਆਉਂਦੇ, ਉਦੋਂ ਤੱਕ ਮੈਨੂੰ ਲੱਗਦਾ ਕੋਈ ਚੇਂਜਸ ਜਿਹੜੀਆਂ ਨੇ ਉਹ ਐਕਸਪੈਕਟ ਕਰਨੀਆਂ ਹੀ ਇਹ ਮਾਈਨਰ ਚੇਂਜਸ ਨੇ, ਟੈਕਨੀਕਲ ਚੇਂਜਸ ਨੇ ਕਿ ਬੀਜ ਕਿਹੜੇ ਹੋਣ, ਖਾਦਾਂ ਕਿਹੜੀਆਂ ਹੋਣ। ਠੀਕ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੇ ਕੋਈ ਬਹੁਤ ਨਵਾਂ ਬੀਜ ਨਹੀਂ ਪੈਦਾ ਕੀਤਾ, ਬਟ ਐਟ ਦੀ ਸੇਮ ਟਾਈਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਹੜੇ ਨੀਤੀ ਨਿਰਦੇਸ਼ਾਂ ਦੀ ਕਮਾਂਡ ਦੇ ਉੱਤੇ ਕੰਮ ਕਰਦੀ ਸੀ? ਕਿਹੜੇ ਇਕਨੋਮਿਕ ਕਾਰਪੋਰੇਟ ਇੰਟਰਸਟ ਸੀ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਡੋਮੀਨੇਟ ਕਰਦੇ ਨੇ ਉਸਦੀ ਸਾਰੀ ਰਿਸਰਚ ਦੇ ਵਿੱਚ? ਇੱਥੋਂ ਚੀਜ਼ਾਂ ਤੈਅ ਹੋਣਗੀਆਂ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜੇ ਅੱਜ ਇਹ ਮੰਚ ਬਣਿਆ ਤੇ ਇਸ ਮੰਚ ਦੇ ਉੱਤੇ ਅਸੀਂ ਜ਼ੋਰਦਾਰ ਤਰੀਕੇ ਨਾਲ ਉਠਾਉਣਾ ਚਾਹਾਂਗੇ ਕਿ ਪੰਜਾਬ ਦੀ ਪੋਲੀਟਿਕਸ, ਦੇਸ਼ ਦੀ ਪੋਲੀਟਿਕਸ,
ਉਹਨੂੰ ਜਿਹੜਾ ਪੰਜਾਬ ਦੇ ਕਿਸਾਨ ਅੰਦੋਲਨ ਨੇ ਦੁਨੀਆ ਦੇ ਵਿੱਚ ਦਿਖਾਇਆ, ਦੇਸ਼ ਦੇ ਕਿਸਾਨ ਅੰਦੋਲਨ ਨੇ, ਉਸ ਆਵਾਜ਼ ਨੂੰ ਸੁਣਨਾ ਚਾਹੀਦਾ। ਐਂਟੀ ਕਾਰਪੋਰੇਟ, ਐਂਟੀ ਵਰਲਡ ਟ੍ਰੇਡ ਆਰਗੇਨਾਈਜੇਸ਼ਨ, ਇਸ ਪੋਜੀਸ਼ਨ ਨੂੰ ਪ੍ਰਮੁੱਖ ਸਵਾਲ ਬਣਾ ਦੇਣਾ ਚਾਹੀਦਾ ਪੰਜਾਬ ਦੀ ਸਾਰੀ ਕਿਸਾਨੀ ਨੂੰ ਕਿ ਜਦੋਂ ਤੱਕ ਕੋਈ ਪੋਲਿਟਿਕਸ ਇਸ ਦੇ ਵਿੱਚੋਂ ਬਾਹਰ ਨਿਕਲਣ ਦੀ ਗੱਲ ਨਹੀਂ ਕਰਦੀ, ਉਦੋਂ ਤੱਕ ਸਾਡਾ ਪੋਲਿਟਿਕਸ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ। ਨਹੀਂ, ਫਿਰ ਇਸੇ ਕਰਕੇ ਕਵਲ ਜੀ ਸਵਾਲ ਉੱਠਦਾ। ਮੈਂ ਹਾਲਾਂਕਿ ਗੁਰਮੀਤ ਹੋਰਾਂ ਤੋਂ ਸਵਾਲ ਕਰਨਾ ਸੀ। ਗੱਲ ਠੀਕ ਹੈ, ਬਹੁਤ ਸੋਹਣੀ ਗੱਲ ਹੈ, ਪਾਏਦਾਰ ਗੱਲ ਹੈ। ਮੈਂ ਗੱਲ ਉੱਥੋਂ ਹੀ ਤੰਦ ਚੱਕਣੀ ਹੈ ਜਿੱਥੋਂ ਰਜਿੰਦਰ ਹੋਰਾਂ ਨੇ ਛੱਡੀ ਸੀਗੀ। ਇਸ ਦੇ ਦਰਮਿਆਨ ਵੀ ਸਾਡੀਆਂ ਅੱਧੀ ਜਥੇਬੰਦੀਆਂ ਉੱਥੇ ਤੁਰ ਪਈਆਂ, ਉਸ ਰਾਹ ਨੂੰ ਤੁਰ ਪਈਆਂ, ਜਦੋਂ ਕਿ ਸਾਡਾ ਮੋਰਚੇ ਦਾ ਹਾਸਲ ਹੈ ਉਹ ਇਹ ਸੀਗਾ ਕਿ ਸਾਡੀਆਂ ਜਿਹੜੀਆਂ ਖੁਸ਼ੀਆਂ ਹੋਈਆਂ ਸਾਂਝਾਂ ਸੀਗੀਆਂ, ਸਾਡੇ ਜਿਹੜੇ ਭੇਦਭਾਵ ਸੀਗੇ ਉਹ ਅਸੀਂ ਉੱਥੋਂ ਮੁੜ ਵਾਪਸ ਲੈ ਕੇ ਆਏ ਸੀਗੇ। ਉਹ ਜਿਹੜੀਆਂ ਚੀਜ਼ਾਂ ਅਸੀਂ ਇਕੱਠੇ ਹੋ ਕੇ ਯੂਨਾਈਟ ਹੋ ਕੇ ਲੜ ਕੇ ਉੱਥੇ ਤੱਕ ਪਹੁੰਚੇ, ਇੱਕ ਵੱਡੀ ਜਿੱਤ ਕੀਤੀ। ਅੱਜ ਤਾਂ ਫਿਰ ਟੁੱਟਦੇ ਜਾ ਰਹੇ ਹਾਂ, ਅਸੀਂ ਫਿਰ ਵਿਖਰਦੇ ਜਾ ਰਹੇ ਹਾਂ। ਮੈਨੂੰ ਲੱਗਦਾ ਕਿ ਇਹ ਗੱਲ ਮੋਰਚੇ ਦੀ ਲੀਡਰਸ਼ਿਪ ਵੀ ਮੌਜੂਦ ਹੈ, ਉਹ ਜ਼ਰੂਰ ਇਸ ਗੱਲ ਨੂੰ ਨੋਟ ਕਰੇ ਕਿ ਐਸਾ ਕਿਵੇਂ ਇਸ ਗੱਲ ਨੂੰ ਇਨਸ਼ੋਰ ਕੀਤਾ ਜਾਵੇ ਕਿ ਤੁਹਾਡਾ ਜੋ ਪਲਾਨ ਹੈ ਹੁਣ, ਉਸ ਪਲਾਨ ਦੇ ਬਾਵਜੂਦ ਜਿਹੜਾ ਹੈਗਾ ਆ ਜਿਹੜੀਆਂ ਸਾਡੀਆਂ ਪ੍ਰਾਪਤੀਆਂ ਸੀ, ਮੈਂ ਨੋਟ ਕਰਾਉਣਾ ਚਾਹੁੰਦਾ, ਪ੍ਰਾਪਤੀ ਇੱਕ ਬਹੁਤ ਵੱਡੀ ਪ੍ਰਾਪਤੀ ਸੀ, ਉਹ ਇਹ ਕੀ ਸੀ ਨਹੀਂ ਹੈ ਕਿ ਅਸੀਂ ਇਹ ਸਾਬਤ ਕੀਤਾ ਕਿ 117 ਮੈਂਬਰਾਂ ਦੀ ਅਸੈਂਬਲੀ ਉਹ ਕਰੇਗੀ ਜੋ ਲੋਕ ਚਾਹਣਗੇ। ਅਸੀਂ ਇਹ ਸਾਬਤ ਕੀਤਾ ਕਿ 550 ਕਰੀਬ ਐਮਪੀਆਂ ਦਾ ਪਾਰਲੀਮੈਂਟ ਉਹ ਕਰੇਗਾ ਜੋ ਲੋਕ ਚਾਹਣਗੇ। ਸੋ ਇਹ ਜੋ ਸਾਬਤ ਕੀਤਾ, ਇਹ ਥੱਲੇ ਨਹੀਂ ਆਣਾ ਚਾਹੀਦਾ। ਸਿਸਟਮ ਤਾਂ ਇਹੀ ਬਣਿਆ ਸੀ, ਪਰ ਸਿਤਮ ਜ਼ਰੀਫੀ ਦੇਖੋ ਇਦਾਂ ਹੁੰਦਾ ਨਹੀਂ। ਗੁਰਮੀਤ ਜੀ, ਮੈਂ ਇਹੀ ਗੱਲ ਅੱਗੇ ਤੋਰਾਂਗਾ, ਜਿਹੜੀ ਗੱਲ ਅਸੀਂ ਉੱਥੋਂ ਲੈ ਕੇ ਆਏ ਸੀ, ਅਸੀਂ ਉੱਥੋਂ ਜਾਤ ਪਾਤ ਖਤਮ ਹੁੰਦਾ ਦੇਖਿਆ, ਭੇਦਭਾਵ ਖਤਮ ਹੁੰਦਾ ਦੇਖਿਆ, ਮੁੜ ਜਿਹੜੀ ਸਾਂਝੀਵਾਲਤਾ ਫਿਰ ਪੈਦਾ ਹੁੰਦੀ ਦੇਖੀ। ਠੀਕ ਹੈ, ਇਹ ਲੜਾਈ ਲੜਦੇ ਰਹਿਣਗੇ, ਜਥੇਬੰਦੀਆਂ ਲੜਦੇ ਰਹਿਣਗੇ, ਸਰਕਾਰਾਂ ਆਪਣੇ ਕੰਮ ਕਰਦੀਆਂ ਰਹਿਣਗੀਆਂ। ਜਿਹੜਾ ਪਿੰਡਾਂ 'ਚ ਸਾਨੂੰ ਜ਼ਰੂਰਤ ਹੈ, ਜਿਹੜੀ ਇੱਕ ਸਮੂਹ 'ਚ ਰਹਿੰਦੇ ਲੋਕਾਂ ਦੀ ਜ਼ਰੂਰਤ ਹੈ। ਇੱਕ ਜ਼ਿਮੀਂਦਾਰ ਸ਼ਹਿਰ ਰਹਿੰਦਾ ਭਰਾ ਪਿੰਡ ਰਹਿੰਦੇ ਨੂੰ ਠੱਗ ਰਿਹਾ ਹੈ, ਅੰਦਰ ਬੈਠਾ ਜਿਹੜਾ ਉਸ ਨੂੰ ਆਪ ਜਿਹੜਾ ਵਿਆਜ ਦੇ ਉੱਤੇ ਪੈਸੇ ਦੇ ਰਿਹਾ ਹੈ, ਭਾਈ ਨੂੰ ਮਾਰ ਰਿਹਾ ਹੈ, ਤਕੜਾ ਛੋਟੇ ਨੂੰ ਮਾਰ ਰਿਹਾ ਹੈ, ਉੱਚ ਪੱਧਰੀ ਜਾਤੀ ਦਾ ਹੇਠ ਜਾਤੀ ਨੂੰ ਮਾਰ ਰਿਹਾ ਹੈ। ਇਹ ਚੀਜ਼ਾਂ ਅਸੀਂ ਉੱਥੋਂ ਲੈ ਕੇ ਆਏ ਸੀ ਕਿ ਇਹ ਚੀਜ਼ਾਂ ਅਸੀਂ ਨਹੀਂ ਕਰਨੀਆਂ। ਕੀ ਇਹ ਕੰਟੀਨਿਊ ਰਹਿ ਪਾਉਣਗੀਆਂ? ਦੇਖੋ, ਜਿਹੜਾ ਸੰਯੁਕਤ ਮੋਰਚਾ ਹੈ ਨਾ ਜੀ, ਉਹਨੇ ਸਾਨੂੰ ਬਹੁਤ ਕੁਝ ਸਿਖਾਇਆ ਹੈ। ਉੱਥੋਂ ਬਹੁਤ ਕੁਝ ਨਵਾਂ ਲੈ ਕੇ ਆਏ ਹਾਂ। ਉੱਥੋਂ ਇੱਕ ਵੱਡਾ ਨਾਅਰਾ ਅਸੀਂ ਲੈ ਕੇ ਆਏ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਪਰ ਇਹ ਤਾਂ ਹੈ ਜੇ ਅਸੀਂ ਪਿੰਡਾਂ ਵਿੱਚ ਉਸੇ ਤਰ੍ਹਾਂ ਇਸ ਨੂੰ ਬਰਕਰਾਰ ਰੱਖ ਸਕੀਏ। ਦੇਖੋ, ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਵੱਡਾ ਭਾਈ ਛੋਟੇ ਨੂੰ ਮਾਰ ਰਿਹਾ ਹੈ, ਤੇ ਮੈਂ ਦੇਖ ਰਿਹਾ ਪੰਚਾਇਤਾਂ ਦਾ ਪੰਜਾਬ ਦਾ ਮੈਂ ਪ੍ਰੈਜ਼ੀਡੈਂਟ ਹਾਂ, ਮੈਂ ਜ਼ਿਆਦਾਤਰ ਇਹ ਦੇਖ ਰਿਹਾ ਕਿ ਇਹ ਨਾਅਰਾ ਆ ਕੇ ਪਿੰਡਾਂ ਦੇ ਵਿੱਚ ਥੋੜ੍ਹਾ ਚੇਂਜ ਹੁੰਦਾ ਹੈ, ਕਿਉਂਕਿ ਜਿੱਥੇ ਵੀ ਜ਼ਿਆਦਾਤਰ ਐਸਸੀ ਪੰਚਾਇਤ ਹੈ, ਆਪਾਂ ਕਹਿ ਲਈਏ ਕਿ ਰਿਜ਼ਰਵ ਪੰਚਾਇਤ ਹੈ, ਉੱਥੇ ਪੰਜਾਬ ਦੇ ਵਿੱਚ ਜ਼ਿਆਦਾਤਰ ਪ੍ਰਬੰਧਕ ਲਾ ਕੇ ਕੰਮ ਚਲਾਇਆ ਜਾ ਰਿਹਾ ਹੈ। ਉਹ ਚੀਜ਼ਾਂ ਨੂੰ ਵੀ ਸਾਨੂੰ ਅੱਜ ਜਿਹੜਾ ਹੈ ਕਰਨ ਦੀ ਲੋੜ ਹੈ ਜੇ ਅਸੀਂ ਨਾਅਰਾ ਦਿੰਦੇ ਹਾਂ। ਅਤੇ ਇਹ ਸੰਯੁਕਤ ਮੋਰਚੇ ਨੂੰ ਵੀ, ਚਾਹੇ ਇਹਨਾਂ ਨੇ ਪਾਰਟੀ ਕੱਢੀ ਹੈ, ਵੈਸੇ ਤਾਂ ਮੈਂ ਇੱਕ ਗੱਲ ਕਰਾਂ ਕਿ ਜਿਵੇਂ ਮੇਰੇ ਵੱਡੇ ਭਰਾ ਨੇ ਦੀਪ ਸਿੰਘ ਜੀ ਉਹਨਾਂ ਨੇ ਸਾਫ਼ ਜਵਾਬ ਦੇ ਦਿੱਤਾ ਇਸ ਗੱਲ 'ਤੇ ਚਰਚਾ ਕਰਨ ਤੋਂ ਕਿ ਪੋਲੀਟੀਕਲ ਚਰਚਾ ਨਹੀਂ ਕਰਨੀ, ਖੇਤੀ 'ਤੇ ਕਰਨੀ ਹੈ। ਪਰ ਮੈਂ ਉਹਨਾਂ ਜਥੇਬੰਦੀਆਂ ਤੋਂ ਵੀ ਥੋੜ੍ਹਾ ਵਿਚਾਰ ਲਵਾਂਗਾ ਜਿਹੜੀਆਂ ਕਹਿੰਦੀਆਂ ਕਿ ਅਸੀਂ ਪੋਲੀਟੀਕਲ ਲਾਈਨ ਦੇ ਵਿੱਚ ਨਹੀਂ ਜਾਣਾ। ਦੇਖੋ, ਉਹ ਕਹਿੰਦੇ ਅਸੀਂ ਨਿਊਟਰਲ ਰਹਿ ਕੇ ਜਿਹੜਾ ਸੰਘਰਸ਼ ਲੜਨਾ ਹੈ, ਇੱਦਾਂ ਹੀ ਲੜਦੇ ਰਹਾਂਗੇ। ਇਹ ਸੰਘਰਸ਼ ਅਸੀਂ ਕਿਵੇਂ ਜਿੱਤੇ ਹੈ? ਇਹ ਸੰਘਰਸ਼ ਦੇ ਵਿੱਚ ਕਿੰਨੀਆਂ ਜਾਨਾਂ ਗਈਆਂ ਨੇ, ਕਿੰਨਾ ਸਮਾਂ ਲੱਗਿਆ ਹੈ। ਹੁਣ ਦੱਸ ਰਹੇ ਸੀ ਕਿ 720 ਜਾਨਾਂ ਦੇ ਕੇ ਅਸੀਂ ਇਹ ਸੰਘਰਸ਼ ਜਿੱਤ ਕੇ ਵਾਪਸ ਆਏ ਹਾਂ। ਜਿਹੜੀਆਂ ਨਹੀਂ ਲੜਨਾ ਚਾਹੁੰਦੀਆਂ, ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ, ਤੁਸੀਂ ਸੰਘਰਸ਼ ਲੜੋਗੇ ਬਹੁਤ ਵਧੀਆ, ਤੁਸੀਂ ਜਿੱਤਿਓ ਕਿ ਹਰ ਵਾਰ 700-800 ਪੁੱਤ ਮਰਾ ਕੇ ਫੇਰ ਕਾਨੂੰਨ ਵਾਪਸ ਕਰਵਾਇਆ ਕਰੋਗੇ? ਹਰ ਵਾਰ ਸੜਕਾਂ 'ਤੇ ਬੈਠ ਕੇ ਆ ਪਿੰਡਾਂ ਦਾ ਸਰਪੰਚਾਂ ਦੇ ਥਰੂ ਮੈਂ ਤੁਹਾਨੂੰ ਦੱਸਦਾ ਕਿ ਇਸ ਅੰਦੋਲਨ 'ਤੇ ਹਰੇਕ ਪਿੰਡ ਦਾ ਕਮ ਸੇ ਕਮ 5 ਲੱਖ ਰੁਪਏ ਤੱਕ ਦਾ ਖਰਚਾ ਆਇਆ ਹੈ। ਨਿੱਜੀ ਤੌਰ 'ਤੇ ਜਿਹੜੇ ਉੱਥੇ ਜਾ ਕੇ ਨੁਮਾਇੰਦਗੀ ਕਰਦੇ ਰਹੇ ਨੇ ਪਿੰਡਾਂ ਦੇ ਪੰਚ ਜਾਂ ਸਰਪੰਚ ਜਾਂ ਹੋਰ ਮੋਹਤਰਮ ਪਿੰਡਾਂ ਦੇ ਬੰਦੇ, ਉਹਨਾਂ ਦਾ ਆਪਣਾ ਪਰਸਨਲੀ ਲੱਖ 2-2 ਲੱਖ ਰੁਪਇਆ ਤੇਲ 'ਚ ਹੀ ਜਾ ਚੁੱਕੇ ਹੈ ਕਿ ਇੰਨੀ ਮਨੀ ਵੇਸਟ ਕਰਕੇ ਅਸੀਂ ਹਰ ਵਾਰ ਸੰਘਰਸ਼ ਜਿੱਤਿਆ ਕਰਾਂਗੇ। ਇਹ ਸਾਨੂੰ ਇੱਕ ਪੋਲੀਟੀਕਲ ਜੋ ਸਟੈਂਡ ਜਥੇਬੰਦੀਆਂ ਨੇ, ਮੈਂ ਇਹਨਾਂ ਨਾਲ ਐਗਰੀ ਹਾਂ ਕਿ ਐਡਾ ਵੱਡਾ ਮੰਚ ਨਾਲ ਤਿਆਰ ਕਰਕੇ ਰੱਖੇ ਜਿਹਦੇ ਉੱਤੇ ਪੋਲੀਟੀਕਲ ਪ੍ਰੈਸ਼ਰ ਪਾ ਕੇ ਕਿ ਸਾਡੀ ਰਾਜਨੀਤੀ ਇਹ ਕਦੋਂ ਮਰਜ਼ੀ ਖੋ ਸਕਦੇ ਨੇ। ਤੁਹਾਡੇ ਨਾਲ ਦੇ ਸਾਥੀ ਜਵਾਬ ਦੇਣਾ ਚਾਹੁੰਦੇ, ਮਨਜੀਤ ਰਾਏ ਜੀ ਵੀ ਕਹਿਣਾ ਚਾਹ ਰਹੇ, ਪਹਿਲਾਂ ਤੁਸੀਂ ਦੇ ਦਿਓ, ਫਿਰ ਰਜਿੰਦਰ ਜੀ ਤੁਸੀਂ ਰੱਖ ਲਿਓ ਆਪਣੀ ਗੱਲ। ਮੈਂ ਤਾਂ ਇਹ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ ਪੰਜਾਬ ਦੇ ਵਿੱਚ ਗੰਦਲਾਪਨ ਪਿਆ ਹੋਇਆ ਹੈ, ਇਹਨੂੰ ਕੌਣ ਸਾਫ਼ ਕਰੂ? ਕੌਣ ਇਹਦੇ ਵਿੱਚ ਵੜੂ? ਕੌਣ ਇਹਨੂੰ ਸਫਾਈ ਕਰੂ? ਜਿਹੜੇ ਹਾਲਾਤ ਪੰਜਾਬ ਦੇ ਬਣ ਚੁੱਕੇ ਨੇ,
ਪੰਜਾਬ ਸਿਰ 4 ਲੱਖ ਕਰੋੜ ਦੇ ਕਰੀਬ ਕਰਜ਼ਾ ਚੜ੍ਹ ਚੁੱਕਿਆ ਹੈ। ਆਉਣ ਵਾਲੇ ਸਮੇਂ 'ਚ ਹੋਰ ਚੜੂਗਾ। ਪੰਜਾਬ ਗਿਰਵੇ ਹੋ ਜੂ ਕੇਂਦਰ ਦੇ ਕੋਲੇ, ਕਿਹਨੇ ਬਚਾਉਣਾ ਹੈ? ਮੈਂ ਤੇ ਇਹ ਕਹਾਂਗਾ, ਸਾਡੇ ਸਾਥੀ ਬੈਠੇ ਨੇ, ਮੈਂ ਉਹਨਾਂ ਬਾਈਆਂ ਦਾ ਪਾਰਟ ਹੈ, ਮੈਂ ਇਲੈਕਸ਼ਨ ਨਹੀਂ ਲੜਨੀ ਕਿਉਂਕਿ ਹਰ ਇੱਕ ਜਥੇਬੰਦੀ ਆਪਣਾ ਏਜੰਡਾ ਹੁੰਦਾ ਹੈ, ਪਰ ਸਪੋਰਟਰ ਤਾਂ ਹੈਗੇ ਨਾ। ਮੈਂ ਤੇ ਉਹਨਾਂ ਨੂੰ ਦਾਤ ਦਿੰਦਾ, ਉਹਨਾਂ ਦੀ ਜਥੇਬੰਦੀਆਂ ਦੀ। ਮੈਂ ਉਹਨਾਂ ਜਥੇਬੰਦੀਆਂ ਨੂੰ, ਮੈਂ ਆਪਣੇ ਆਪ ਨੂੰ ਉਹਨਾਂ ਦੇ ਵਿੱਚ ਬੈਠ ਕੇ ਵੀ ਆਪਣੇ ਆਪ ਨੂੰ ਕਮਜ਼ੋਰ ਮੰਨਦਾ, ਮੈਂ ਉਹਨਾਂ ਨੂੰ ਤਕੜੇ ਮੰਨਦਾ। ਉਹਨਾਂ ਨੇ ਹੌਸਲਾ ਕੀਤਾ ਹੈ ਕਿ ਪੰਜਾਬ ਨੂੰ ਇੱਕ ਨਵੀਂ ਦਿੱਖ ਦਈਏ। ਪੰਜਾਬ ਦਾ ਇਸ ਵੇਲੇ ਪੰਜਾਬ ਨੂੰ ਮੋੜ ਦੀ ਲੋੜ ਹੈ, ਉਹ ਮੋੜ ਦਈਏ। ਪੰਜਾਬ ਦੇ ਵਿੱਚੋਂ ਉਹ ਜਿਹੜਾ ਸਾਡਾ ਨੌਜਵਾਨ ਬਾਹਰ ਭੱਜ ਰਿਹਾ ਹੈ, ਪੰਜਾਬ ਖਾਲੀ ਹੋ ਜਾਣਾ ਹੈ। ਤੁਸੀਂ ਵੇਖ ਰਹੇ ਹੋ ਰਾਜਨੀਤਿਕ ਪਾਰਟੀਆਂ ਦੇ ਏਜੰਡੇ, 10 ਲੱਖ ਰੁਪਈਆ ਦੇਵਾਂਗੇ, ਆਈਲੈਟਸ ਕਰੋ, ਬਾਹਰ ਜਾਓ। ਇੱਕ ਇਹ ਕੀ ਚਾਹੁੰਦੇ ਨੇ? ਇਹ ਚਾਹੁੰਦੇ ਨੇ ਇੱਕ ਫੈਕਟਰੀ ਬਣਾ ਦਈਏ ਇਹਨੂੰ, ਉਹਦਾ ਓਨਰ ਇੱਕੋ ਹੀ ਹੋਵੇ, ਉਹ ਜਿਹੜਾ ਰਾਜਾ ਬੈਠਾ ਹੋਵੇ, ਬਾਕੀ ਸਾਰੇ ਮਜ਼ਦੂਰ ਹੋਣ, ਉਹ ਜਿਵੇਂ ਚਲਾਉਣਾ ਚਾਹਣ ਉਵੇਂ ਚੱਲੇ। ਇਹਨੂੰ ਕੌਣ ਰੋਕੂਗਾ? ਕੌਣ ਉਤਰੂਗਾ ਇਸ ਮੈਦਾਨ ਦੇ ਵਿੱਚ? ਇਹ ਜਿਹੜੀ ਗੱਲ ਮੇਰੇ ਵੀਰ ਨੇ, ਸਰਪੰਚ ਸਾਹਿਬ ਨੇ ਕਹੀ ਹੈ ਕਿ ਆਪਾਂ ਹਰ ਵਾਰ ਪੁੱਤਰ ਮਰਾਉਣੇ ਨੇ, ਕਿਉਂ ਨਹੀਂ ਆਪਾਂ ਉੱਥੇ ਬੰਦੇ ਆਪਣੇ ਭੇਜ ਸਕਦੇ ਜਿੱਥੇ ਨੀਤੀਆਂ ਘੜੀਆਂ ਜਾਂਦੀਆਂ? ਨੀਤੀ ਘੜ ਜਿਹੜੀ ਕਲਮ ਨੀਤੀ ਘੜਦੀ ਹੈ, ਉਹ ਕਲਮ ਕਿਉਂ ਨਾ ਸਾਡੇ ਬੰਦਿਆਂ ਦੀ ਹੋਵੇ? ਬੇਸ਼ੱਕ ਇੱਥੇ ਮੈਂ ਚਰਚਾ ਕਰਾਂਗਾ, ਥੋੜੀ ਜਿਹੀ ਮੈਂ ਬੈਠਾ ਸੁਣਦਾ ਸੀ ਕਿ ਉਗਰਾਹਾਂ ਜੀ ਨੇ ਕਿਹਾ, ਕਾਦੀਆਂ ਜੀ ਨੇ ਕਿਹਾ, ਸਾਰੇ ਕਹਿੰਦੇ ਨੇ ਵੀਰ ਮੇਰੇ। ਮੈਂ ਇਹ ਗੱਲ ਕਹਾਂਗਾ, ਬਜ਼ੁਰਗ ਨੇ ਸਾਡੇ, ਮੈਂ ਕਿੰਤੂ ਨਹੀਂ ਕਰਦਾ, ਪਰ ਆਪਾਂ ਅੱਜ ਜੇਕਰ ਕੋਈ ਆਪਣਾ ਉੱਠ ਕੇ ਖਲੋਇਆ ਹੈ ਤੇ ਆਪਾਂ ਘੱਟ ਤੋਂ ਘੱਟ ਉਹਨੂੰ ਥਾਪੜਾ ਤਾਂ ਦਈਏ, ਲੱਤਾਂ ਤਾਂ ਨਾ ਖਿੱਚੀਏ। ਵੋਟਾਂ ਤਾਂ ਪਾਣੇ ਹੀ ਹੈ, ਕਿੱਥੇ ਪਾਣੇ ਹੈ? ਕਿਹਨਾਂ ਨੂੰ ਪਾਈਆਂ ਅੱਜ ਤੱਕ? ਕੀ ਪੰਜਾਬ ਦਾ ਉਹਨਾਂ ਨੇ ਭਲਾ ਕੀਤਾ ਅੱਜ ਤੱਕ? ਫਿਰ ਉਹਨੇ ਇੱਕ ਗੱਲ ਆਖੀ ਸੀ ਕਿ ਉਹ ਸਾਰੇ ਹੀ ਕਹਿੰਦੇ ਨੇ ਕਿਸਾਨ ਨੇ। ਠੀਕ ਹੈ, ਕਿਸਾਨ ਬਣ ਕੇ ਜਾਂਦੇ ਨੇ, ਖੇਤੀ ਮੰਤਰੀ ਜੀ ਸਾਡੇ ਕੋਲ ਬੈਠੇ ਨੇ, ਕਿਸਾਨ ਹੀ ਕਹਿੰਦੇ ਨੇ ਸਾਰੇ ਕਿ ਅਸੀਂ ਕਿਸਾਨ ਆ, ਪਰ ਉਹ ਕਿਸਾਨ ਰਹਿੰਦੇ ਨਹੀਂ। ਅੱਜ ਇਹ ਅੰਦੋਲਨ ਜਿੱਤ ਕੇ ਆਏ, ਲੋਕਾਂ ਦੀ ਆਸ਼ਾ ਹੈ ਕਿ ਇਹ ਸੱਚ ਦਾ ਅੰਦੋਲਨ ਜਿੱਤ ਕੇ ਆਏ ਹੈ। ਇਹ ਲੋਕ ਉਹ ਨੇ ਜਿਹੜੇ ਨਾ ਵਿਕੇ ਨੇ ਨਾ ਝੁਕੇ ਨੇ। ਇਹ ਉਹ ਲੋਕ ਨੇ ਜਿਨ੍ਹਾਂ ਤੋਂ ਆਸ਼ਾ ਕੀਤੀ ਜਾ ਸਕਦੀ ਹੈ। ਲੋਕਾਂ ਦੀ ਮੰਗ ਹੈ ਅੱਜ, ਉਸ ਮੰਗ ਨੂੰ ਬਰਕਰਾਰ ਰੱਖਦੇ ਹੋਏ ਜੇ ਕਿਤੇ 22 ਜਥੇਬੰਦੀਆਂ ਨੇ ਫੈਸਲਾ ਲਿਆ, ਤੇ ਮੈਂ ਸਮਝਦਾ ਉਹ ਜਿਹੜੀਆਂ ਜਥੇਬੰਦੀਆਂ, ਮੈਂ ਹੁਣ ਬਾਈਆਂ ਦਾ ਪਾਰਟ ਆ, ਮੈਂ ਫਿਰ ਕਹਿਣਾ ਕਿ ਮੈਂ ਇਲੈਕਸ਼ਨ ਨਹੀਂ ਲੜਨੀ, ਮੈਂ ਕਮਜ਼ੋਰ ਮੰਨਦਾ ਆਪਣੇ ਆਪ ਨੂੰ ਕਿ ਮੈਂ ਕਮਜ਼ੋਰ ਹਾਂ। ਉਹ ਤਕੜੇ ਨੇ, ਹੌਸਲਾ ਕੀਤਾ ਉਹਨਾਂ ਨੇ ਕਿ ਪੰਜਾਬ ਨੂੰ ਇੱਕ ਅੱਛਾ ਮੋੜ ਦਈਏ, ਬਹਾਦਰ ਨੇ। ਉਹਨਾਂ ਨੂੰ ਆਪਾਂ ਉਹਨਾਂ ਦਾ ਹੌਸਲਾ ਵਧਾਈਏ। ਹਰ ਵਾਰ ਆਪਾਂ ਕਿੰਨੀ ਇੱਕ ਕਾਨੂੰਨ ਵਾਸਤੇ ਆਪਾਂ ਇੱਕ ਨਵਾਂ ਕਾਨੂੰਨ ਨਹੀਂ, ਤਿੰਨ ਕਾਨੂੰਨ ਲਿਆਂਦੇ, ਉਹਨਾਂ ਵਾਸਤੇ 1 ਸਾਲ ਬੈਠੇ ਹਾਂ। ਹਜੇ ਤਾਂ ਅਸੀਂ ਸਵਾਮੀਨਾਥਨ ਰਿਪੋਰਟ ਲਾਗੂ ਕਰਾਉਣੀ, MSP ਲੈਣੀ, ਹਜੇ ਕਰਜ਼ਾ ਮੁਕਤੀ ਜਿਹੜਾ ਰਾਹਤ ਬਿੱਲ ਲਿਆਉਣਾ, ਤੇ ਅਸੀਂ ਕਿੰਨੇ ਸਾਲ ਬੈਠਾਂਗੇ? ਕਿਉਂ ਨਾ ਉੱਥੇ ਨੀਤੀ ਘਾੜਿਆਂ ਦੇ ਵਿੱਚ ਆਪਣੇ ਬੰਦੇ ਭੇਜੀਏ? ਸੋ ਮੇਰੀ ਇਹ ਮੰਨਣਾ ਹੈ ਕਿ ਆਪਾਂ ਨੂੰ ਇਹ ਤੇ ਵੈਸੇ ਡਿਬੇਟ ਕਰਨੀ ਨਹੀਂ ਚਾਹੀਦੀ। ਸਾਡੇ ਭਰਾ ਬੈਠੇ ਨੇ ਸਾਰੇ, ਅਸੀਂ ਇਹਨਾਂ ਦੀ ਆਪਣੀ ਜਥੇਬੰਦੀਆਂ ਦਾ ਇੱਕ ਸਿਸਟਮ ਹੈ, ਉਹਦੇ ਮੁਤਾਬਕ ਠੀਕ ਨੇ ਇਹ। ਤੁਹਾਨੂੰ ਲੱਗਦਾ ਕਿ ਮੁੱਦਿਆਂ ਤੋਂ ਭਟਕ ਜਾਣਗੇ ਕਿਸਾਨ ਜੇ ਕਿਸੇ ਨਾ ਕਿਸੇ ਪਾਰਟੀ ਨੂੰ ਸਪੋਰਟ ਕਰਦੇ ਨੇ? ਕਿਉਂਕਿ ਰਜਿੰਦਰ ਜੀ ਨੇ ਕਈ ਜਿਹੜੇ ਮੁੱਦੇ ਚੁੱਕੇ, ਤੁਸੀਂ ਵੀ ਖੁਦ ਹੀ ਕਹਿ ਰਹੇ ਹੋ ਕਿ ਪੋਲੀਟੀਸ਼ੀਅਨ ਬਣ ਜਾਂਦੇ ਨੇ ਕਿਤੇ ਨਾ ਕਿਤੇ, ਕਿਸਾਨ ਤੇ ਸਪੋਰਟ ਕਰਨਾ ਸ਼ੁਰੂ ਕਰ ਦਿੰਦੇ ਆ। ਤੁਹਾਨੂੰ ਨਹੀਂ ਲੱਗਦਾ ਕਿ ਇਸ ਨਾਲ ਜਿਹੜੇ ਮੁੱਦਿਆਂ ਤੋਂ ਭਟਕ ਜਾਣਗੇ? ਰਜਿੰਦਰ ਜੀ ਤੋਂ ਇੱਕ ਵਾਰ ਜ਼ਰੂਰ ਜਾਣ ਲੈਂਦੇ, ਕਿਉਂਕਿ ਤੁਸੀਂ ਆਪਣਾ ਪੱਖ ਰੱਖ ਲਿਆ। ਮੈਂ 2 ਗੱਲਾਂ ਕਹਿਣੀਆਂ ਚਾਹੂੰਗਾ। ਕਿ ਤਾਂ ਸਾਡੇ ਵੀਰੋ ਪੰਚਾਇਤ ਜੀ, ਉਹਨਾਂ ਨੇ ਜਿਹੜੀ ਗੱਲ ਕਹੀ, ਅਕਸਰ ਹੀ ਫੇਸਬੁੱਕੀ ਵਿਦਵਾਨ ਅਕਸਰ ਹੀ ਕਿਸਾਨ ਅੰਦੋਲਨ ਤੇ ਹਮਲਾ ਕਰਦੇ ਆ ਕਿ ਵੀ ਇੰਨੀਆਂ ਜਾਨਾਂ ਚਲੀਆਂ ਗਈਆਂ, ਕੱਲ ਨੂੰ ਜਲਿਆਂਵਾਲੇ ਬਾਗ ਦੀਆਂ ਸ਼ਹਾਦਤਾਂ ਤੇ ਨਾ ਉਂਗਲ ਚੱਕਣ ਲੱਗ ਜਿਓ, ਕੱਲ ਨੂੰ ਸਿੱਖ ਇਤਿਹਾਸ ਤੇ ਨਾ ਉਂਗਲ ਚੱਕਣ ਲੱਗ ਜਿਓ, ਲੜਾਈਆਂ ਸ਼ਹਾਦਤਾਂ ਹੁੰਦੀਆਂ। ਇਸ ਤਰ੍ਹਾਂ ਦੀ ਜਿਹੜੀ ਫੋਕੀ ਵਿਦਵਤਾ ਹੈਗੀ ਆ, ਇਹਦੇ ਤੋਂ ਗਰੇਜ਼ ਕਰੋ। ਲੜਾਈਆਂ ਦੇ ਵਿੱਚ ਕੁਰਬਾਨੀਆਂ ਤੋਂ ਬਿਨਾਂ ਪ੍ਰਾਪਤੀਆਂ ਨਹੀਂ ਹੁੰਦੀਆਂ। ਜਿਹੜੇ ਇਸ ਦੇਸ਼ 'ਚ ਲੱਖਾਂ ਕਿਸਾਨ ਖੁਦਕੁਸ਼ੀਆਂ ਕਰ ਗਏ, ਉਹਦੀ ਕੀ ਪ੍ਰਾਪਤੀ ਆ? ਲੱਖਾਂ ਕਿਸਾਨ ਖੁਦਕੁਸ਼ੀਆਂ ਆ ਗਏ, ਉਹਦੀ ਕੋਈ ਪ੍ਰਾਪਤੀ ਤਾਂ ਦੱਸ ਦਿਓ। ਜੇ 700 ਤੋਂ ਉੱਪਰ ਸ਼ਹੀਦ ਹੋਏ ਆ, ਤੇ ਫਿਰ ਅਬਾਨੀ ਨੇ ਆਪਣਾ ਘਰ ਵੀ ਲੰਡਨ 'ਚ ਖਰੀਦਿਆ ਸੀਗਾ। ਤੁਹਾਨੂੰ ਪਤਾ ਹੋਣਾ ਚਾਹੀਦਾ, ਅਬਾਨੀ ਨੇ ਲੰਡਨ 'ਚ ਘਰ ਖਰੀਦਿਆ ਕਾਹਦੇ ਵਾਸਤੇ? ਕਿ ਉਹਨੂੰ ਲੱਗਦਾ ਸੀ ਕਿ ਜਿਵੇਂ ਸੇਕ ਵੱਧ ਰਿਹਾ, ਹੋ ਸਕਦਾ ਕਾਰਪੋਰੇਟ ਇਸ ਮੁਲਕ 'ਚ ਰਹੂਗਾ ਕਿ ਨਹੀਂ ਰਹੂਗਾ। ਤੇ ਉਹਨਾਂ ਦੇ ਕਰਿੰਦੇ ਮੋਦੀ ਜੀ ਨੂੰ ਆ ਕੇ ਟੀਵੀ ਤੇ ਹਾਰ ਮੰਨਣੀ ਪਈ ਸੀਗੀ। ਇਸ ਕਰਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਉਂਗਲ ਚੱਕਣੀ ਜਿਹੜੀ ਹੈਗੀ ਆ ਬੰਦ ਕਰੋ। ਸ਼ਹਾਦਤਾਂ ਲੜਾਈਆਂ ਦੇ ਵਿੱਚ ਜਿਹੜੀਆਂ ਨੇ ਹੁੰਦੀਆਂ ਨੇ। ਦੂਸਰੀ ਗੱਲ, ਜਿਹੜੀ ਗੈਰ ਪਾਰਲੀਮੈਂਟਰੀ ਪੋਲਿਟਿਕਸ ਆ, ਉਹ ਪਾਰਲੀਮੈਂਟਰੀ ਪੋਲਿਟਿਕਸ ਤੋਂ ਕਿਤੇ ਵੱਧ ਮਜ਼ਬੂਤ ਆ। ਜੇ ਅਸੀਂ ਪਾਰਲੀਮੈਂਟ 'ਚੋਂ ਕਾਨੂੰਨ ਰੱਦ ਕਰਾਉਣੇ ਹੁੰਦੇ, 350 MP ਚਾਹੀਦਾ ਸੀ ਲੋਕ ਸਭਾ 'ਚ, 125 ਤੋਂ ਉੱਪਰ MP ਚਾਹੀਦਾ ਸੀ ਵੱਧ ਰਾਜ ਸਭਾ 'ਚ, ਪਰ ਇਹ 40 ਦੇ ਕਰੀਬ ਪਾਰਲੀਮੈਂਟਰੀ ਹਲਕਿਆਂ ਦੀ ਮੂਵਮੈਂਟ ਸੀ। ਔਰ 300 MP ਵਾਲੀ ਪਾਰਟੀ ਜਿਹੜੀ ਆ, ਉਹਦਾ ਮੁਖੀ ਜਿਹੜਾ ਹੈਗਾ
ਟੀਵੀ ਤੇ ਆ ਕੇ ਲਿਲੜੀਆਂ ਕੱਢ ਰਿਹਾ ਸੀਗਾ, ਹਾਰ ਮੰਨ ਰਿਹਾ ਸੀਗਾ। ਇਸ ਕਰਕੇ ਜਿਹੜੀ ਗੈਰ ਪਾਰਲੀਮੈਂਟਰੀ ਸਟਰਗਲ ਹੈਗੀ ਆ, ਹਰ ਚੀਜ਼ ਵੀ ਜਿਹੜੀਆਂ ਅਸੈਂਬਲੀ ਤੇ ਵਿਧਾਨ ਸਭਾ 'ਚ ਵੜ ਕੇ ਸਾਰਾ ਕੁਝ ਹੋਊਗਾ। ਜਿਹੜੇ ਲੋਕ ਕਹਿੰਦੇ ਕਿ ਇਮਾਨਦਾਰ ਲੋਕ ਅੱਗੇ ਹੋਣੇ ਚਾਹੀਦੇ ਆ, 70 ਸਾਲਾਂ 'ਚ ਬਹੁਤ ਲੋਕ ਇਮਾਨਦਾਰ ਆਏ ਆ। MLA MP ਅਜਿਹੇ ਆਏ ਆ ਜਿਹੜੇ ਕੱਚੇ ਕੋਠਿਆਂ 'ਚ ਰਹਿੰਦੇ ਰਹੇ ਹੈਗੇ ਆ, ਸਾਈਕਲਾਂ ਤੇ ਜਾਂਦੇ ਰਹੇ ਹੈਗੇ ਆ, ਪਰ ਲੋਕਾਂ ਦਾ ਡੱਕਾ ਵੀ ਨਹੀਂ ਸਵਾਰ ਸਕੇ। ਇਹ ਲਟੇਰਾ ਸਿਸਟਮ ਜਿਹੜਾ ਹੈਗਾ ਕੁਝ ਖਾਸ ਲੋਕਾਂ ਵਾਸਤੇ ਬਣਿਆ। ਜੇ ਕਿਸੇ ਨੇ, ਜੇ ਤੁਸੀਂ ਕਹੋ ਕਿ ਬਜਾਜ ਸਕੂਟਰ ਦੇ ਵਿੱਚ ਬੁਲਟ ਦਾ ਪੁਰਜਾ ਫਿੱਟ ਹੋ ਜੂ, ਨਹੀਂ, ਬਜਾਜ ਸਕੂਟਰ 'ਚ ਤੁਹਾਨੂੰ ਬਜਾਜ ਦਾ ਪੁਰਜਾ ਬਣ ਕੇ ਹੀ ਫਿੱਟ ਹੋਣਾ ਪੈਣਾ। ਜਿਹੜੇ ਸਿਸਟਮ 'ਚ ਵੜਨਗੇ, ਸਿਸਟਮ ਦੇ ਪੁਰਜੇ ਬਣਨਗੇ ਤਾਂ ਰਵੇਂ ਚੱਲਣਗੇ, ਨਹੀਂ ਤਾਂ ਸਿਸਟਮ 'ਚ ਫਿੱਟ ਜਿਹੜੇ ਹੈਗੇ ਆ ਉਹ ਨਹੀਂ ਬਣਨਗੇ। ਇਸ ਕਰਕੇ ਅਸੀਂ ਗੈਰ ਪਾਰਲੀਮੈਂਟਰੀ ਸਟਰਗਲ ਜਿਹੜੀ ਹੈਗੀ ਆ ਉਹਦੀ ਸਿਆਸਤ ਨੂੰ ਅਪਹੋਲਡ ਕਰਾਂਗੇ। ਸ਼ਹੀਦ ਭਗਤ ਸਿੰਘ ਨੇ ਇੱਕ ਬਦਲਵੀਂ ਸਿਆਸਤ ਦਿੱਤੀ ਸੀ, ਪਰ ਚੋਣਾਂ ਕਦੇ ਨਹੀਂ ਲੜੀਆਂ। ਕਮਲ ਜੀ ਕੁਝ ਕਹਿਣਾ ਚਾਹ ਰਹੇ ਤੁਹਾਡੇ? ਮੈਂ ਇਹ ਕਹਿਣਾ ਚਾਹ ਰਿਹਾ ਕਿ ਇਹ ਡਿਬੇਟ ਫਿਰ ਸਾਡੇ ਨਾ ਚਾਹੁੰਦੇ ਹੋਇਆਂ ਵੀ ਉਸੇ ਮੁੱਦੇ ਤੇ ਜਾ ਰਿਹਾ, ਕਿਉਂਕਿ ਮੈਨੂੰ ਲੱਗਦਾ ਮੇਰੇ ਕੋਲ ਕੋਈ ਨਵੀਂ ਦਲੀਲ ਨਹੀਂ ਜਿਹੜੀਆਂ ਸਾਡੇ ਪਹਿਲਾਂ ਪੈਨਲਿਸਟ ਦੇ ਚੁੱਕੇ ਨੇ। ਮੈਂ ਜਿਹੜੀਆਂ ਗੱਲਾਂ ਇੱਥੋਂ ਇੰਟਰੋਡਿਊਸ ਕਰਾ ਦੇਣਾ ਚਾਹੁੰਦਾ ਇਸ ਮੰਚ ਦੇ ਸਮੇਂ ਨੂੰ ਲੈ ਕੇ। ਸਾਡੀ ਪੰਜਾਬ ਦੀ ਖੇਤੀ ਦੇ ਵਿੱਚ ਜ਼ਮੀਨ ਦੀ ਕੰਸੈਂਟਰੇਸ਼ਨ ਦਾ ਸਵਾਲ, ਇਹ ਲਗਾਤਾਰ ਸਾਹਮਣੇ ਆਉਂਦਾ ਰਿਹਾ, ਬਹੁਤ ਸਾਰੀਆਂ ਸਟੱਡੀਜ਼ ਦੇ ਵਿੱਚ ਸਾਹਮਣੇ ਆਉਂਦਾ ਰਿਹਾ, ਲੇਕਿਨ ਸਾਡੇ ਡਿਸਕੋਰਸ ਦਾ ਪਾਰਟ ਨਹੀਂ ਬਣਿਆ। ਐਸਾ ਨਹੀਂ ਕਿ ਸਿਰਫ ਕਾਰਪੋਰੇਟ ਜ਼ਮੀਨ ਖੋਣਾ ਚਾਹੁੰਦੀ ਹੈ, ਜਿਹੜੀ ਗੱਲ ਤੁਸੀਂ ਤੋਰੀ ਸੀ, ਮੈਨੂੰ ਲੱਗਦਾ ਮੈਂ ਉਸੇ ਨੂੰ ਫੇਰ ਅੱਗੇ ਵਧਾ ਰਿਹਾ। ਪੰਜਾਬ ਦੇ ਅੰਦਰ ਐਸੇ ਲੋਕ ਮੌਜੂਦ ਨੇ ਜਿਨ੍ਹਾਂ ਦੀ ਅੱਖ ਆਪਣੇ ਗਵਾਂਢੀ ਦੀ ਜ਼ਮੀਨ ਦੇ ਉੱਤੇ ਹੈ। ਪੰਜਾਬ ਦੇ ਅੰਦਰ ਐਸੇ ਲੋਕ ਮੌਜੂਦ ਨੇ ਜਿਨ੍ਹਾਂ ਦੀ ਅੱਖ ਜਿਹੜੀ ਹੈ ਉਹ ਆਪਣੇ ਹੀ ਖਿੱਤੇ ਦੇ ਦੂਜੇ ਹਿੱਸੇ ਦੇ ਜ਼ਮੀਨ ਦੇ ਉੱਤੇ ਮੌਜੂਦ ਹੈ। ਸਾਨੂੰ ਉਹਨਾਂ ਦਾ ਚਰਚਾ ਵੀ ਕਰਨਾ ਪਊਗਾ। ਤੇ ਅੰਕੜਿਆਂ ਦੇ ਵਿੱਚ ਨਜ਼ਰ ਆਇਆ ਪਿਛਲੇ ਸਮੇਂ ਦੇ ਵਿੱਚ ਪੰਜਾਬ ਦੀ ਮੈਜੋਰਿਟੀ ਜਿਹੜੀ ਕਿਸਾਨੀ ਹੈ, 92% ਦੇ ਨੇੜੇ ਦਾ ਅੰਕੜਾ ਹੈਗਾ। 92% ਆਫ ਕਿਸਾਨੀ ਜਿਹੜੀ ਹੈਗੀ ਉਹ ਬਿਲੋ 10 ਏਕੜ ਆਫ ਲੈਂਡ ਹੈ। 67% ਕਿਸਾਨੀ ਲੈਸ ਦੈਨ 2 ਏਕੜਸ ਆਫ ਲੈਂਡ ਹੈ। ਜੇ ਸਾਡੀ ਜ਼ਮੀਨ ਦੀ ਇਹ ਹਾਲਤ ਹੈ, ਫਿਰ ਇਹ ਜ਼ਮੀਨ ਹੈ ਕਿਹਦੇ ਕੋਲ? ਇਹ ਜ਼ਮੀਨ ਚੰਦ ਹੱਥਾਂ ਦੇ ਵਿੱਚ ਕੰਸੈਂਟਰੇਸ਼ਨ ਹੋਈ ਹੈ। ਇਸ ਜ਼ਮੀਨ ਦੀ ਕੰਸੈਂਟਰੇਸ਼ਨ ਦੇ ਸਵਾਲ ਨੂੰ ਸੈਂਟਰ ਦੇ ਵਿੱਚ ਲਿਆਉਣਾ ਪਏਗਾ। ਤੇ ਇਹ ਐਸਾ ਕੁਐਸਚਨ ਹੈ ਜਿਹਦੇ ਤੇ ਸ਼ਾਇਦ ਕਿਸਾਨੀ ਵੀ ਇੱਕ ਨਹੀਂ ਰਹਿ ਸਕੇਗੀ। ਇਸ ਦੇ ਵਿੱਚ ਸ਼ਾਇਦ ਕਿਸਾਨੀ ਦੇ ਦਾਅਵੇ ਕਰਨ ਵਾਲੇ ਵੀ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਸਾਡੇ ਤੋਂ ਉਲਟ ਖੜਾ ਹੋ ਸਾਨੂੰ ਮਿਲੇਗਾ। ਸੋ ਇਸ ਕਰਕੇ ਪੰਜਾਬ ਦੇ ਅੰਦਰ ਇਹ ਜਿਹੜਾ ਯੁੱਧ ਹੈ, ਇਹ ਜਿਹੜੀ ਸੋਚਾਂ ਦਾ ਭੇੜ ਹੈ, ਇਹ ਜਿਹੜਾ ਅਮਲ ਦਾ, ਰਾਜਨੀਤੀ ਦਾ ਜਿਹੜਾ ਇਹ ਭੇੜ ਹੈ, ਜਿਹੜਾ ਰਜਿੰਦਰ ਸਿੰਘ ਕਹਿ ਰਹੇ ਨੇ ਵੀ ਜਨਤਾ ਦੀ ਜਿਹੜੀ ਗੈਰ ਪਾਰਲੀਮੈਂਟ ਸਟਰਗਲ ਦਾ ਜਿਹੜਾ ਭੇੜ ਹੈ, ਉਹਦਾ ਬਹੁਤ ਵੱਡਾ ਭੇੜ ਜਿਹੜਾ ਹੈਗਾ ਉਹ ਸਾਡੇ ਸਾਹਮਣੇ ਖੁੱਲ੍ਹ ਚੁੱਕਿਆ ਹੈ। ਅਸੀਂ ਸਾਰਿਆਂ ਨੇ ਉਸ ਭੇੜ ਦੇ ਵਿੱਚ ਆਪਣੀਆਂ ਪੋਜੀਸ਼ਨਾਂ ਸਾਨੂੰ ਲੈਣੀਆਂ ਪੈਣਗੀਆਂ। ਅਸੀਂ ਅੱਜ ਤੱਕ ਝੰਡੇ ਲੈ ਕੇ, ਮੈਂ ਇੱਥੇ ਚੰਡੀਗੜ੍ਹ ਤੇ ਮੋਹਾਲੀ ਦੇ ਸਾਰੇ ਚੌਂਕਾਂ ਦੇ ਵਿੱਚ ਸਾਡੇ ਵੀਰ ਖੜੇ ਹੁੰਦੇ ਸੀ, ਕਿਸੇ ਨੇ ਨਹੀਂ ਪੁੱਛਿਆ ਇਹਨਾਂ 'ਚੋਂ ਕਿਹੜੀ ਜਥੇਬੰਦੀ ਦੀ ਕੀ ਪੋਜੀਸ਼ਨ ਹੈ, ਕੀ ਸਮਝਦਾਰੀ ਹੈ, ਕਿਸੇ ਨੇ ਨਹੀਂ। ਫੁੱਲ ਕਿਸਾਨ ਅੰਦੋਲਨ ਦੀ ਸਟਰਗਲ ਸੀ। ਉਸ ਫੇਜ਼ ਹੁਣ ਲੰਘ ਗਿਆ। ਹੁਣ ਅਸੀਂ ਇੱਕ ਜਿੱਤ ਹਾਸਲ ਕਰਕੇ ਹੁਣ ਅਸੀਂ ਵਾਪਸ ਪੰਜਾਬ ਆ ਗਏ ਹਾਂ। ਹੁਣ ਸਾਡੇ ਸਾਹਮਣੇ ਕੁਐਸਚਨ ਇਹ ਹੈ, ਜਿਹੜਾ ਪਹਿਲੇ ਪੈਨਲ 'ਚ ਵੀ ਗੱਲ ਹੋ ਰਹੀ ਸੀ, ਬੈਕ ਟੂ ਸਕੁਆਇਰ 1। ਸਾਡੇ ਸਾਹਮਣੇ ਕੁਐਸਚਨ ਇਹ ਆ ਕਿ ਠੀਕ ਹੈ, ਉਹ 3 ਕਾਨੂੰਨਾਂ ਦਾ ਹਮਲਾ ਤੇ ਅਚਾਨਕ ਹੋ ਗਿਆ ਸੀ, ਜਿਵੇਂ ਰਾਏ ਸਾਹਿਬ ਨੇ ਕਿਹਾ। ਅਸੀਂ ਉਹ ਜੂੜਾ ਲਾਤਾ ਆਪਣੇ ਗਲ 'ਚੋਂ, ਉਹ ਤੇ ਸਾਡੇ ਤੇ ਲੱਦ ਦਿੱਤਾ ਗਿਆ ਸੀ। ਲੇਕਿਨ ਜਿਹੜੀ ਸਾਡੀ ਪੁਰਾਣੀ ਪੋਜੀਸ਼ਨ ਸੀ, ਉਹ ਸਕੁਆਇਰ 1 ਵਾਲੀ ਜਿਹੜੀ ਪੋਜੀਸ਼ਨ ਸੀ, ਉਹ ਵੀ ਕੋਈ ਚੰਗੀ ਪੋਜੀਸ਼ਨ ਨਹੀਂ ਸੀ। ਸੋ ਉਸ ਪੋਜੀਸ਼ਨ ਦਾ ਕੀ ਹੱਲ ਹੋਵੇ? ਅੱਜ ਪੰਜਾਬ ਦਾ ਲੋਹਾ ਗਰਮ ਹੈ। ਅੱਜ ਪੰਜਾਬ ਦਾ ਨੌਜਵਾਨ ਸੋਚ ਰਿਹਾ ਵੀ ਸਾਡੀਆਂ ਹਾਲਤਾਂ ਜਿਹੜੀਆਂ ਨੇ ਉਹ ਕਿਵੇਂ ਬਦਲਣਗੀਆਂ। ਤੇ ਨਾਲ ਹੀ ਪੰਜਾਬ ਦੇ ਨੌਜਵਾਨ ਦੇ, ਪੰਜਾਬ ਦੇ ਬਜ਼ੁਰਗਾਂ ਨੂੰ ਇਹ ਉਮੀਦ ਜਾਗੀ ਹੈ ਵੀ ਅਸੀਂ ਆਪ ਵੀ ਇਕੱਠੇ ਹੋ ਕੇ ਬਦਲ ਸਕਦੇ ਹਾਂ। ਸੋ ਇਹ ਜਿਹੜੀ ਪ੍ਰੈਸ਼ਰ ਗਰੁੱਪ ਪੋਲਿਟਿਕਸ, ਗੈਰ ਪਾਰਲੀਮੈਂਟਰੀ ਸਟਰਗਲ, ਇਹਨੂੰ ਕਿਤੋਂ ਵੀ, ਚਾਹੇ ਅਸੀਂ ਮੋਰਚਾ ਬਣਾਇਆ, ਮੋਰਚੇ ਦੇ ਵਿੱਚ ਵੀ ਕੀ ਹੋਏਗਾ ਉਹ ਸਾਡੇ ਆਗੂ ਤੈਅ ਕਰਨਗੇ, ਲੇਕਿਨ ਇਸ ਨੂੰ ਕਿਤੋਂ ਵੀ ਘਟਾ ਕੇ ਦੇਖਣ ਦੇ ਮੈਂ ਹੱਕ 'ਚ ਨਹੀਂ। ਇਹ ਜਿਹੜੀ ਗੈਰ ਪਾਰਲੀਮੈਂਟ ਸਟਰਗਲ ਜਿਹੜੀ ਜਿਹਨੇ 550 MP ਤੇ 117 MLA ਨੂੰ ਮਜਬੂਰ ਕੀਤਾ ਆਪਣੇ ਤਰੀਕੇ ਨਾਲ ਸੋਚਣ ਵਾਸਤੇ, ਇਸ ਫਾਰਮ ਆਫ ਸਟਰਗਲ ਨੂੰ ਸੋਚ ਕੇ, ਇਹਨੂੰ ਰੱਦ ਕਰਕੇ, ਇਹਦੀ ਜਗ੍ਹਾ ਇਹਨੂੰ ਨੇਗੇਟ ਕਰਕੇ, ਇਹਦੀ ਕੰਟਰਡਿਕਸ਼ਨ ਦੇ ਵਿੱਚ ਕਿਸੇ ਪਾਰਲੀਮੈਂਟ ਨੂੰ ਖੜਾ ਕਰ ਦੇਣਾ, ਕਿਸੇ ਵੀ ਪਾਰਲੀਮੈਂਟਰੀ ਸਟਰਗਲ ਨੂੰ ਖੜਾ ਕਰ ਦੇਣਾ, ਮੈਨੂੰ ਲੱਗਦਾ ਡੈਮੋਕ੍ਰੇਸੀ ਨੂੰ ਵਧਾਉਂਦਾ ਨਹੀਂ, ਡੈਮੋਕ੍ਰੇਸੀ ਦੇ ਨਵੇਂ ਆਯਾਮਾਂ ਨੂੰ ਘਟਾਉਂਦਾ ਸਗੋਂ, ਜਿਹੜੇ ਅਸੀਂ ਹਾਸਲ ਕੀਤੇ ਨੇ ਪਿਛਲੇ ਸਟਰਗਲ ਦੇ ਵਿੱਚ। ਸੋ ਇਹ ਮੈਨੂੰ ਲੱਗਦਾ ਕਿ ਇਸ ਨੂੰ ਇਸ ਫਰੇਮ ਦੇ ਵਿੱਚੋਂ ਸਾਨੂੰ ਜ਼ਰੂਰ ਦੇਖਣਾ ਚਾਹੀਦਾ। ਬਿਲਕੁਲ, ਇਹ ਸਵਾਲ ਜਿਹੜੇ ਆ ਉਹ ਉੱਠਦੇ ਰਹਿਣੇ ਚਾਹੀਦੇ। ਔਰ ਮੇਰੀ ਕੋਸ਼ਿਸ਼ ਰਹੂਗੀ ਜਿਹੜੇ ਅਗਲੇ ਸਾਡੇ ਕੋਲ ਪੈਨਲਿਸਟ ਹੋਣਗੇ, ਅਸੀਂ ਇਸ ਕੜੀ ਨੂੰ ਉੱਥੋਂ ਹੀ ਸ਼ੁਰੂ ਕਰਾਂਗੇ। ਤੁਸੀਂ ਆਏ, ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜਿੰਨੇ ਵੀ ਕਦਮ ਚੱਲ ਕੇ ਸਾਡਾ ਰੋਮ ਤੁਹਾਡਾ ਧੰਨਵਾਦੀ ਹੈ। ਮਿਹਰਬਾਨੀ, ਸ਼ੁਕਰੀਆ।